ਇਸੇ ਲਈ ਉਹ ਇੱਜ਼ਤਦਾਰ ਸੀ, ਕਿਉਂਕਿ ਪਰਮੇਸ਼ਵਰ ਦਾ ਸ਼ਬਦ ਕਦੇ ਥੋੜ੍ਹਾ ਹੀ ਬੁਰਾ ਹੋ ਸਕਦਾ। ਪਰਮੇਸ਼ਵਰ ਦਾ ਸ਼ਬਦ ਬੁਰਾ ਨਹੀਂ ਸੀ, ਉਹ ਆਪਾਂ ਨੂੰ ਸ਼ਬਦ ਬਚਾਉਂਦਾ ਸੀ ਅਤੇ ਆਪਾਂ ਉਹਦੇ ਸ਼ਬਦ ਦੇ ਵਿੱਚ ਬਚਾਏ ਗਏ ਹਾਂ। ਉਹ ਇਸੇ ਲਈ ਧਰਤੀ ਦੇ ਉੱਤੇ ਆਇਆ ਸੀ ਵੀ ਆਪਾਂ ਨੂੰ ਜ਼ਿੰਦਗੀ ਦੇ ਸਕੇ, ਆਪਣੇ ਅੰਦਰ ਆਪਣੀ ਰੋਸ਼ਨੀ ਜਗਾ ਸਕੇ, ਮਰੇ ਹੋਇਆਂ ਨੂੰ ਆਪਾਂ ਨੂੰ ਜਗਾ ਸਕੇ, ਮੁਰਦਿਆਂ ਨੂੰ ਜਿੰਦਾ ਖੜਾ ਕਰ ਸਕੇ। ਇਸੇ ਲਈ ਪ੍ਰਭੂ ਜੀ ਧਰਤੀ ਦੇ ਉੱਤੇ ਆਏ ਸੀ। ਇਸੇ ਲਈ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਸ਼ਬਦ ਨੂੰ ਧਰਤੀ 'ਤੇ ਭੇਜਿਆ ਸੀ, ਕਿਉਂਕਿ ਆਪਾਂ ਨੂੰ ਇਹ ਗਿਆਨ ਆਵੇ ਵੀ ਇੱਜ਼ਤਦਾਰ ਮੇਰਾ ਪੁੱਤਰ ਧਰਤੀ ਦੇ ਉੱਤੇ ਹੈ, ਵੀ ਮੇਰੀ ਕਿੰਨੀ ਕੁ ਇੱਜ਼ਤ ਕਰਦਾ ਹੈ, ਵੀ ਮੇਰੀ ਕਿੰਨੀ ਕੁ ਇੱਜ਼ਤ ਮੇਰੇ ਪ੍ਰਭੂ ਮੇਰਾ ਬੇਟਾ ਬਣਾਉਂਦਾ ਹੈ। ਤਾਂ ਬੱਚੋ, ਇਸੇ ਤਰ੍ਹਾਂ ਕੋਈ ਬੱਚਾ ਆਪਣੀ ਇੱਜ਼ਤ ਨਾ ਬਣਾਵੇ, ਆਪਣੀ ਇੱਜ਼ਤ ਪੈਰਾਂ ਥੱਲੇ ਰੋਲੇ, ਤਾਂ ਉਹ ਜਾਂ ਤਾਂ ਮਾਂ ਪਿਓ ਸੱਚਾ ਹੁੰਦਾ ਮਰ ਜਾਂਦਾ ਅਤੇ ਜਾਂ ਉਹ ਨਿਕਲ ਜਾਂਦਾ, ਕਹਿੰਦਾ ਮੈਂ ਇਸ ਘਰ ਵਿੱਚ ਰਹਿਣਾ ਨਹੀਂ, ਜਾਂ ਖਾ ਪੀ ਕੇ ਮਰ ਜਾਂਦਾ। ਤਾਂ ਦੇਖੋ, ਪਰਮੇਸ਼ਵਰ ਨੇ ਵੀ ਆਪਣਾ ਬੇਟਾ ਭੇਜਿਆ ਧਰਤੀ ਦੇ ਉੱਤੇ ਵੀ ਮੇਰੀ ਇੱਜ਼ਤ ਕਰੇ, ਵੀ ਇੱਜ਼ਤਦਾਰ ਬਣ ਕੇ ਮੇਰੀ ਧਰਤੀ ਦੇ ਉੱਤੇ ਜਾਵੇ। ਤਾਂ ਪ੍ਰਭੂ ਯਿਸੂ ਮਸੀਹ ਇੱਜ਼ਤਦਾਰ ਬਣ ਕੇ ਧਰਤੀ ਦੇ ਉੱਤੇ ਆਏ, ਤਾਂ ਪਰਮੇਸ਼ਵਰ ਦੀ ਮਹਿਮਾ ਦੇ ਵਿੱਚ ਆਏ, ਉਹਦੀ ਸਵਰਗ ਲੋਕ ਦੇ ਰਾਜਾ, ਤਾਂ ਉਹਦੀ ਜਗਦੀ ਜੋਤ ਬਣ ਕੇ ਆਏ। ਤਾਂ ਪਰਮੇਸ਼ਵਰ ਨੇ ਦੇਖੋ ਕਿੰਨੀ ਇੱਜ਼ਤ ਕੀਤੀ ਆਪਣੇ ਬੱਚਿਆਂ ਦੀ ਕਿੰਨੀ ਇੱਜ਼ਤ ਕੀਤੀ, ਕਿੰਨੀ ਪਾਪੀ ਔਰਤਾਂ ਨੂੰ ਤਾਰਿਆ, ਕਿੰਨੇ ਲੰਗੜੀਆਂ ਕੋੜੀਆਂ ਨੂੰ ਕਿੰਨਿਆਂ ਨੂੰ ਤਾਰਿਆ ਸੀ। ਕਈ ਦੇਖੋ ਤੁਸੀਂ ਵੇਖਦੇ ਰਹੇ ਕਿੰਨੀ ਇੱਕ ਪਾਪੜੀ ਔਰਤ ਸੀ, ਜਿਹੜੀ ਇੱਕ 12 ਸਾਲ ਖੂਨ ਦਾ ਰੋਗਣ ਔਰਤ ਸੀ, ਉਹ ਸਾਰੇ ਪੈਸੇ ਲਾ ਕੇ ਘਰ ਦਾ ਸਾਰਾ ਖਰਚਾ ਉਠਾ ਕੇ ਉਹ ਬਿਮਾਰੀ ਦੇ ਉੱਤੇ ਲਾ ਕੇ ਨਾ ਠੀਕ ਹੋਈ, ਤਾਂ ਫਿਰ ਪ੍ਰਭੂ ਯਿਸੂ ਦੇ ਕੋਲੇ ਆਉਣਾ ਪਿਆ, ਤਾਂ ਉਹਨੂੰ ਪਾਪਾਂ ਤੋਂ ਉਹਨੂੰ क्षमा ਹੋਇਆ, ਕਿਉਂਕਿ ਉਹ ਇੱਜ਼ਤਦਾਰ ਸੀ, ਕਿਉਂ ਪਰਮੇਸ਼ਵਰ ਦੀ ਇੱਜ਼ਤ ਸੀ ਉਹਦੇ ਵਿੱਚ, ਪਰਮੇਸ਼ਵਰ ਦੀ ਕਦਰ ਸੀ ਉਹਦੇ ਵਿੱਚ, ਪਰਮੇਸ਼ਵਰ ਦੀ ਸਾਮਰਥ ਸੀ ਪ੍ਰਭੂ ਯਿਸੂ ਦੀ ਮਸੀਹ ਦੇ ਵਿੱਚ। ਪਰਮੇਸ਼ਵਰ ਦੀ ਇੱਜ਼ਤ ਬਹੁਤ ਮਹਾਨ ਹੈ, ਉਹਦੀ ਸਾਮਰਥ ਬੜੀ ਮਹਾਨ ਹੈ, ਆਪਾਂ ਨੂੰ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਆਪਾਂ ਨੂੰ ਜਾਣਨਾ ਚਾਹੀਦਾ ਹੈ ਵੀ ਪਰਮੇਸ਼ਵਰ ਸੱਚਾ ਅਤੇ ਮਹਾਨ ਰਾਜਾ ਹੈ। ਉਹ ਆਪਣੇ ਲਈ ਆਇਆ ਸੀ, ਉਹ ਆਪਣੇ ਲਈ ਇੱਕ ਸਲੀਬ 'ਤੇ ਚੜਾਇਆ ਗਿਆ, ਆਪਣੇ ਲਈ ਮਰਿਆ, ਆਪਾਂ ਉਸ ਦੇ ਲਈ ਆਪਾਂ ਵੀ ਸਲੀਬ 'ਤੇ ਚੜ੍ਹੇ ਹਾਂ। ਤਾਂ ਤੁਸੀਂ ਕਈ ਵਾਰੀ ਸੁਪਨੇ 'ਚ ਵੀ ਸੋਚਦੇ ਹੋਵੋਗੇ, ਕਈ ਵਾਰੀ ਤੁਸੀਂ ਕਹਿੰਦੇ ਹੋਵੋਗੇ ਮੈਨੂੰ ਪ੍ਰਭੂ ਯਿਸੂ ਮਸੀਹ ਦੱਸਿਆ। ਕਈ ਬੱਚੇ ਕਹਿੰਦੇ ਮੈਨੂੰ ਬਹੁਤ ਸੁਣਦਾ ਵੀ, ਕਹਿੰਦੇ ਸੰਤ ਜੀ ਸਾਨੂੰ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਚੜ੍ਹੇ ਵੀ ਅਸੀਂ ਵੇਖੇ, ਸਲੀਬ ਦੇ ਉੱਤੇ ਚੜ੍ਹੇ ਹੋਏ ਨੇ, ਕੰਡਿਆਂ ਦਾ ਤਾਜ ਪਾਇਆ ਹੋਇਆ। ਇੱਕ ਵਾਰੀ ਜੇ ਮੇਰੇ ਕੋਲ ਬਾਲਾ ਸਾਹਿਬ ਦੀ ਸੰਗਤ ਆ ਕੇ ਗਈ, ਪ੍ਰਾਰਥਨਾ ਕਰਾ ਗਈ ਵੀ ਸੀ, ਉਹ ਮੈਨੂੰ ਕਹਿਣ ਲੱਗੇ ਸੰਤ ਜੀ ਕਿਸੇ ਨੂੰ ਸਾਨੂੰ ਕੋਈ ਸਾਡੇ ਪੰਜਵੀਂ ਵਾਲਾ ਖੇਤ ਵਿੱਚ ਰਹਿੰਦਾ, ਉਹ ਖੇਤ ਵਿੱਚ ਬੜਾ ਡਰਿਆ, ਉਹ ਕਿਸੇ ਨੂੰ ਹੋਰਾਂ ਨੂੰ ਮੰਨਦਾ ਸੀ। ਉਹ ਕਹਿਣ ਲੱਗੇ ਇੱਕ ਖੂਨ ਦਾ ਲਿਬੜਿਆ ਹੋਇਆ ਇਨਸਾਨ, ਬੜਾ ਕੱਦ ਕਾਠ ਦਾ ਲੰਬਾ, ਉਹਦੇ ਕੰਡਿਆਂ ਦਾ ਤਾਜ ਪਾਇਆ ਹੋਇਆ ਸੀ, ਇਹ ਕੋਠੇ ਦੇ ਵਿੱਚ ਵੜ ਗਿਆ। ਤਾਂ ਉਹ ਬੜਾ ਘਬਰਾਇਆ, ਉਹ ਕਿਸੇ ਸਿਆਣੇ ਕੋਲ ਗਿਆ, ਕਹਿੰਦਾ ਪਤਾ ਨਹੀਂ ਉਹਨਾਂ ਦੇ ਘਰ ਵਿੱਚ ਕੀ ਹੈ, ਉਹਨਾਂ ਦੇ ਖੇਤ ਵਿੱਚ ਕੀ ਹੈ। ਤਾਂ ਕਹਿੰਦਾ ਲਿਬੜਿਆ ਹੋਇਆ ਖੂਨ ਦਾ, ਉਹਦਾ ਖੂਨ ਵਹਿ ਰਿਹਾ ਸੀ, ਤਾਂ ਉਹਦੇ ਕੰਡਿਆਂ ਦਾ ਤਾਜ ਪਾਇਆ ਹੋਇਆ ਸੀ, ਕੱਦ ਕਾਠ ਦਾ ਬੜਾ ਲੰਬਾ ਸੀ, ਬਾਲ ਪਿਛਾਂਹ ਨੂੰ ਖੁੱਲ੍ਹੇ ਸੀ। ਤਾਂ ਫਿਰ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ, ਉਹਨਾਂ ਨੇ ਆਖਿਆ ਭਾਈ ਇਹ ਤੁਹਾਡੇ ਖੇਤ ਦੇ ਵਿੱਚ ਕੋਈ ਬਲਾ ਹੈ? ਤਾਂ ਹੱਸਣ ਲੱਗੇ, ਕਹਿੰਦੇ ਖੇਤ ਦੇ ਵਿੱਚ ਬਲਾ ਨਹੀਂ, ਸਾਡੇ ਖੇਤ ਦੇ ਵਿੱਚ ਪਰਮਾਤਮਾ। ਕਹਿੰਦੇ ਕੀ? ਸਾਡਾ ਪ੍ਰਭੂ ਹੈ। ਉਹ ਖੂਨ ਦਾ ਲਿਬੜਿਆ ਹੋਇਆ ਦਿਸ ਰਿਹਾ ਸੀ, ਉਹ ਸੀ ਖੂਨ ਦਾ ਲਿਬੜਿਆ ਹੋਇਆ ਕਿਉਂ ਦਿਸ ਰਿਹਾ ਸੀ? ਕਿਉਂ ਤੁਸੀਂ ਪਾਪੀ ਹੋ। ਉਹ ਅੱਜ ਵੀ ਖੂਨ ਦਾ ਲਿਬੜਿਆ ਕਿਉਂ ਦਿਸ ਰਿਹਾ? ਇਸੇ ਲਈ ਵੀ ਉਹ ਆਪਣੇ ਪਾਪ ਅੱਜ ਵੀ ਧੋ ਰਿਹਾ, ਉਹ ਅੱਜ ਵੀ ਆਪਣਾ ਖੂਨ ਦੇ ਰਿਹਾ। ਆਪਾਂ ਉਹਦਾ ਖੂਨ ਵਾਰ-ਵਾਰ ਨਾ ਬਹਾਈਏ, ਉਹਦਾ ਖੂਨ ਵਾਰ-ਵਾਰ ਨਾ ਉਸਨੂੰ ਖੂਨ ਦੇ ਲਿਬੜੇ ਹੋਏ ਵੇਖੀਏ, ਕਿਉਂਕਿ ਪਰਮੇਸ਼ਵਰ ਨੇ ਇਹ ਕਿਹਾ ਸੀ। ਉਹ ਬੱਚੇ ਨੇ ਮੈਨੂੰ ਕਿਹਾ, ਮੈਨੂੰ ਦੱਸਿਆ, ਕਹਿੰਦੇ ਸੰਤ ਜੀ ਆਹ ਗੱਲ ਕਹੀ ਤੇ ਮੈਂ ਧੰਨਵਾਦ ਕਰਦਾ ਹਾਂ। ਉਹਨਾਂ ਬੱਚਿਆਂ ਨੇ ਬੜਾ ਪਛਾਣ ਕਰੀ, ਕਹਿੰਦੇ ਸਾਡੇ ਪ੍ਰਭੂ ਜੀ ਸਾਡੀ ਇੰਨੀ ਰੱਖਿਆ ਕਰਦੇ ਆ। ਉਹਦੇ ਖੇਤ ਕੋਠੇ ਦੇ ਵਿੱਚ ਸਲੀਬ ਰੱਖਿਆ ਹੋਇਆ, ਉਹ ਮੋਟਰ 'ਤੇ ਸਲੀਬ ਰੱਖਿਆ ਹੋਇਆ, ਕਹਿੰਦੇ ਉਹ ਆਪਣੇ ਸਲੀਬ 'ਤੇ ਹੀ ਪਹੁੰਚੇ, ਮਦਦ ਕਰਨ ਵਾਸਤੇ ਪਹੁੰਚੇ। ਪ੍ਰਭੂ ਜੀ ਉਸ ਕੋਠੇ ਦੇ ਵਿੱਚ ਬੜੇ। ਤਾਂ ਬੱਚਿਓ ਇਸ ਚੀਜ਼ ਨੂੰ ਸੋਚ ਕੇ ਵੇਖੋ, ਉਹ ਤਾਂ ਆਪਣੀ ਬੱਚਿਆਂ ਦੀ ਇੰਨੀ ਰੱਖਿਆ ਕਰਦੇ, ਅਸੀਂ ਉਹਦੇ ਲਈ ਕੀ ਕਰਦੇ ਹਾਂ? ਅਸੀਂ ਫਿਰ ਵੀ ਪਾਪ ਕਰਦੇ ਹਾਂ, ਫਿਰ ਵੀ ਅਸੀਂ ਉਹਨੂੰ ਖੂਨ ਦਾ ਲਿਬੜਿਆ ਹੋਇਆ ਵੇਖਦੇ ਹਾਂ, ਫਿਰ ਵੀ ਉਹਨੂੰ ਸਲੀਬ 'ਤੇ ਚੜ੍ਹਿਆ ਹੋਇਆ ਵੇਖਦੇ ਹਾਂ। ਇਹ ਸਲੀਬ ਦੇ ਉੱਤੇ ਚੜ੍ਹਿਆ ਹੋਇਆ ਆਪਾਂ ਨੂੰ ਨਾ ਦਿਸੇ, ਸਲੀਬ ਇਕੱਲੀ ਖਾਲੀ ਦਿਸਣੀ ਚਾਹੀਦੀ ਹੈ। ਪ੍ਰਭੂ ਦੀ ਸਲੀਬ ਆਪਾਂ ਨੂੰ ਖਾਲੀ ਦਿਸਣੀ ਚਾਹੀਦੀ, ਕਿਉਂਕਿ ਖਾਲੀ ਹੈ। ਉਹ ਤਾਂ ਸਲੀਬ ਦੇ ਉੱਤੇ ਉਤਾਰੇ ਗਏ ਸੀ, ਹੁਣ ਤੁਸੀਂ ਦੁਬਾਰਾ ਚੜ੍ਹਾ ਰਹੇ ਹੋ, ਤੁਸੀਂ ਪਾਪ ਕਰ ਰਹੇ ਹੋ। ਕਿਉਂ ਪਾਪ ਕਰ ਰਹੇ ਹੋ? ਕਿਉਂ ਉਹਨੂੰ ਵਾਰ-ਵਾਰ ਸਲੀਬ 'ਤੇ ਚੜ੍ਹਾ ਰਹੇ ਹੋ? ਇਹ ਨਾ ਕਰੋ। ਇਹ ਉਹਦੇ ਕੋਲੋਂ ਮਾਫੀ ਮੰਗੋ, ਜਿਸ ਤਰ੍ਹਾਂ ਮੈਂ ਆਦਮ ਦੀ ਗੱਲ ਕੀਤੀ ਸੀ, ਜਿਸ ਤਰ੍ਹਾਂ ਮੈਂ ਉਸ ਔਰਤ ਦੀ ਗੱਲ ਕੀਤੀ ਸੀ ਵੀ ਉਹ ਔਰਤ ਹੈ, ਇਹ ਉਹ ਇਨਸਾਨ ਦੀ ਪਸਲੀ ਹੈ, ਉਹ ਉਸ ਦੀ ਤਕਦੀਰ ਹੈ, ਉਹਦੇ ਨਾਲ ਜੁੜੀ ਹੈ ਤੇ ਉਹਦਾ ਰਿਸ਼ਤਾ ਜੁੜਿਆ ਹੈ। ਆਪਾਂ ਕਹਿ ਦਿੰਦੇ ਹਾਂ ਨਾ, ਰਿਸ਼ਤੇ ਬਹੁਤ ਜਗ੍ਹਾ ਵੇਖਦੇ ਹਾਂ, ਲੜਕੀਆਂ ਦੇ ਰਿਸ਼ਤੇ ਬਹੁਤ ਵੇਖਦੇ ਹਾਂ, ਕੋਈ ਤਾਂ 100 ਰਿਸ਼ਤਾ ਵੇਖ ਲੈਂਦਾ, ਪਸੰਦ ਨਹੀਂ ਆਉਂਦਾ, ਉਹਦੇ ਨਾਲ ਮੇਲ ਨਹੀਂ ਖਾਂਦਾ। ਅਤੇ ਇਸੇ ਲਈ ਪਰਮੇਸ਼ਵਰ ਦੱਸਦਾ ਹੈ ਕਿ ਉਹਦੇ ਨਾਲ ਮੇਲ ਕਿੱਥੋਂ ਖਾਵੇ, ਉਹਦੀ ਪਸਲੀ ਨਹੀਂ ਹੁੰਦੀ।
ਉਹਦੇ ਨਾਲ ਮੇਲ ਉੱਥੇ ਖਾਂਦੀ ਜਿੱਥੇ ਪਸਲੀ ਹੁੰਦੀ ਹੈ। ਜਿੱਥੇ ਪਰਮੇਸ਼ਵਰ ਨੇ ਉਸ ਆਦਮ ਦੀ ਪਸਲੀ ਕੱਢੀ ਸੀ ਤਾਂ ਔਰਤ ਨੂੰ ਬਣਾਈ ਸੀ। ਤਾਂ ਇਸੇ ਲਈ ਬੱਚਿਓ ਪਰਮੇਸ਼ਵਰ ਨੇ ਦੇਖੋ ਇੰਨੀ ਮਹਾਨ ਸ਼ਕਤੀ ਧਰਤੀ ਦੇ ਉੱਤੇ ਉਤਾਰੀ ਸੀ। ਇੱਜ਼ਤਦਾਰ ਆਪਣਾ ਪੁੱਤਰ ਉਤਾਰਿਆ ਸੀ। ਆਪਾਂ ਉਹਦੀ ਇੱਜ਼ਤ ਕਰੀਏ, ਉਹਦੇ ਵਚਨ ਦੀ ਇੱਜ਼ਤ ਕਰੀਏ, ਉਹਦੀ ਜੈ ਜੈਕਾਰ ਕਰੀਏ, ਆਪਣੇ ਅੰਦਰੋਂ ਪਾਪ ਖਿਆਲ ਨੂੰ ਦੂਰ ਕਰੀਏ, ਕਿਸੇ ਦੇ ਲੁੱਟਣਾਪਨ ਨੂੰ ਦੂਰ ਕਰੀਏ, ਕਿਸੇ ਦੇ ਕੋਲੋਂ ਖੋਹ ਕੇ ਖਾਣਾ ਦੂਰ ਕਰੀਏ, ਆਪਣੇ ਹੱਕ ਦੀ ਖਾਈਏ। ਤਾਂ ਪਰਮੇਸ਼ਵਰ ਕਹਿੰਦਾ ਕਿਸੇ ਦਾ ਬੁਰਾ ਨਾ ਦੇਖੀਏ, ਕਿਸੇ ਦਾ ਬੁਰਾ ਸੋਚੀਏ ਨਾ, ਕਿਸੇ ਦਾ ਘਰ ਵੱਲ ਬੁਰਾ ਨਾ ਸੋਚੀਏ ਵੀ ਅਸੀਂ ਘਰ ਲੈ ਲਈਏ, ਇਹ ਨਿਕਲ ਜਾਣ ਚੰਗਾ ਸਾਡਾ ਬਣ ਜਾਏ, ਇਹ ਪੈਲੀ ਸਾਨੂੰ ਬਣ ਜਾਏ, ਇਹ ਨਿਕਲ ਜਾਣ ਮਰ ਜਾਣ। ਕਦੇ ਵੀ ਨਾ ਸੋਚਿਓ, ਨਾ ਤਾਂ ਪੈਲੀ ਤੁਹਾਡੀ ਹੈ ਅਤੇ ਨਾ ਉਸ ਦੀ ਹੈ ਜਿਹਦੀ ਤੁਸੀਂ ਸੋਚ ਰਹੇ ਹੋ। ਇਹ ਤਾਂ ਪਰਮੇਸ਼ਵਰ ਦੀ ਹੈ। ਇਹ ਪ੍ਰਭੂ ਨੇ ਆਪਾਂ ਨੂੰ ਵੰਡ ਕੇ ਖਾਣ ਵਾਸਤੇ, ਛਕਣ ਵਾਸਤੇ, ਆਪਾਂ ਨੂੰ ਆਪਣੇ ਅੱਗੇ ਵਧਣ ਵਾਸਤੇ ਦਿੱਤੀ ਸੀ। ਇਹ ਪਰਮੇਸ਼ਵਰ ਨੇ ਇਸ ਲਈ ਦਿੱਤੀ ਸੀ, ਇੱਜ਼ਤਦਾਰ ਬਣ ਕੇ ਕੰਮ ਕਰ, ਸੱਚਾਈ 'ਤੇ ਬਣ ਕੇ ਅੱਗੇ ਵੱਧ। ਤਾਂ ਬੱਚਿਓ ਪਰਮੇਸ਼ਵਰ ਨੇ ਇਸ ਲਈ ਦਿੱਤੀ ਸੀ। ਇਸੇ ਲਈ ਇਨਸਾਨ ਨੂੰ ਧਰਤੀ ਦੇ ਉੱਤੇ ਭੇਜਿਆ ਗਿਆ ਸੀ ਵੀ ਮੇਰੇ ਹੁਕਮਾਂ ਦੀ ਪਾਲਣਾ ਕਰੇ। ਉਹ ਲੰਮੀ ਉਮਰਾਂ ਹੋਣ, ਛੋਟੀਆਂ ਉਮਰਾਂ 'ਚ ਕਿਉਂ ਆ ਗਈਆਂ? 60 ਸਾਲ ਦੀ ਉਮਰ ਵਿੱਚ ਆ ਕੇ ਕਿਉਂ ਆ ਗਏ? ਇਹ ਤੁਹਾਡੀ ਵਜ੍ਹਾ ਨਾਲ ਆਏ ਹੋ। ਇਹ ਤੁਸੀਂ ਆਪਣੇ ਆਪ ਉਮਰ ਛੋਟੀ ਕੀਤੀ ਹੈ, ਕਿਉਂਕਿ ਤੁਸੀਂ ਪਰਮੇਸ਼ਵਰ ਨੂੰ ਹਮੇਸ਼ਾ ਹੀ ਬੁਰਾ ਕਿਹਾ, ਹਮੇਸ਼ਾ ਹੀ ਬੁਰਾ ਕਿਹਾ, ਹਮੇਸ਼ਾ ਹੀ ਬੁਰਾ ਕੀਤਾ। ਇਸੇ ਲਈ ਤੁਹਾਡੀ ਉਮਰ ਛੋਟੀ ਆ ਗਈ। ਇਸੇ ਲਈ ਪਰਮੇਸ਼ਵਰ ਨੂੰ ਕ੍ਰੋਧ ਆਇਆ। ਕ੍ਰੋਧ ਵਿੱਚ ਦੇਖੋ ਪਰਮੇਸ਼ਵਰ ਨੇ ਭਸਮ ਕੀਤਾ, ਇਨਸਾਨ ਨੂੰ ਦੇਖੋ ਮਾਰਿਆ। ਤਾਂ ਬੱਚਿਓ ਪਰਮੇਸ਼ਵਰ ਤਾਂ ਬਹੁਤ ਮਹਾਨ ਹੈ। ਕਦੇ ਵੀ ਪਰਮੇਸ਼ਵਰ ਨਹੀਂ ਚਾਹੁੰਦਾ ਸੀ। ਹੁਣ ਪ੍ਰਭੂ ਯਿਸੂ ਮਸੀਹ ਧਰਤੀ 'ਤੇ ਆਏ, ਉਹ ਚਾਹੁੰਦਾ ਸੀ ਵੀ ਮੇਰੇ ਬੱਚੇ ਪਾਪ ਦੇ ਵਿੱਚ ਮਰ ਜਾਣ। ਉਹ ਚਾਹੁੰਦਾ ਸੀ ਵੀ ਮੇਰੇ ਬੱਚੇ ਕੋਹੜੀ ਹੋਏ ਬੈਠੇ ਰਹਿਣ। ਉਹ ਚਾਹੁੰਦਾ ਸੀ ਵੀ ਮੇਰੇ ਬੱਚੇ ਲੰਗੜੇ ਹੋਏ ਬੈਠੇ ਰਹਿਣ। ਉਹਨੇ ਆਪਣੇ ਬੱਚਿਆਂ ਲੰਗੜਿਆਂ ਨੂੰ ਚਲਾਇਆ, ਉਹਨੇ ਕੋਹੜੀਆਂ ਨੂੰ ਚਲਾਇਆ, ਉਸ ਨੇ ਬਿਮਾਰਾਂ ਨੂੰ ਚੰਗਾ ਕੀਤਾ, ਉਹਨੇ ਮੁਰਦਿਆਂ ਨੂੰ ਖੜਾ ਕੀਤਾ, 4 ਦਿਨਾਂ ਦੇ ਮਰੇ ਹੋਏ ਲਾਜ਼ਰ ਨੂੰ ਜਿੰਦਾ ਕੀਤਾ। ਕਿਉਂ? ਉਹ ਕਦੇ ਵੀ ਨਹੀਂ ਚਾਹੁੰਦਾ ਸੀ ਵੀ ਮੇਰਾ ਬੱਚਾ ਕੋਈ ਵੀ ਦੁੱਖ ਦੇ ਵਿੱਚ ਹੋਵੇ, ਕੋਈ ਵੀ ਮੌਤ ਦੇ ਵਿੱਚ ਹੋਵੇ, ਨਹੀਂ ਚਾਹੁੰਦਾ ਸੀ। ਤਾਂ ਫਿਰ ਇਸ ਚੀਜ਼ ਨੂੰ ਸੋਚ ਕੇ ਵੇਖੋ, ਇਸ ਚੀਜ਼ ਦੇ ਉੱਤੇ ਅਮਲ ਕਰਕੇ ਦੇਖੋ। ਪਰਮੇਸ਼ਰ ਕਦੇ ਨਹੀਂ ਚਾਹੁੰਦਾ ਵੀ ਮੇਰਾ ਬੱਚਾ ਕਦੇ ਵੀ ਆਪਣੇ ਨੀਵਾਂ ਹੋਵੇ। ਤਾਂ ਪਰਮੇਸ਼ਰ ਇਹੀ ਮਹਾਨ ਕਿਰਪਾ ਹੈ। ਅੱਜ ਵੀ ਪ੍ਰਭੂ ਯਿਸੂ ਮਸੀਹ ਇਹ ਚਾਹੁੰਦੇ ਹਨ ਮੇਰੇ ਬੱਚੇ ਉੱਚੇ ਹੋਣ, ਪਰ ਉਹਦੇ ਬੱਚੇ ਬਣ ਕੇ ਦਿਖਾਓ। ਕਈ ਬੱਚੇ ਵੇਖਦਾ ਦਲ ਬਦਲੂ ਬਣ ਜਾਂਦੇ ਆ। ਉਹ ਪ੍ਰਭੂ ਦੇ ਕੋਲੋਂ ਚੰਗਿਆਈ ਲੈ ਕੇ ਦੂਰ ਭੱਜ ਜਾਂਦੇ ਆ, ਚੰਗਿਆਈ ਲੈ ਕੇ ਫਿਰ ਭੱਜ ਜਾਂਦੇ ਆ। ਕਹਿੰਦੇ ਅਸੀਂ ਤਾਂ ਧਰਮ ਦੇ, ਅਸੀਂ ਤਾਂ ਸਾਡਾ ਧਰਮ ਹੀ ਇਹੀ। ਧਰਮ ਕਿਸ ਨੂੰ ਕਿਹਾ? ਧਰਮ ਤਾਂ ਪਰਮੇਸ਼ਰ ਧਰਮੀ ਹੈ, ਧਰਮੀ ਪਰਮੇਸ਼ਰ ਹੈ। ਪਰਮੇਸ਼ਰ ਕਿਸੇ ਦਾ ਧਰਮ ਥੋੜਾ ਬਦਲ ਲਓ, ਤਾਂ ਧਰਮੀ ਖੁਦ ਹੀ ਧਰਮੀ ਹੈ। ਉਹਦੇ 'ਤੇ ਵਿਸ਼ਵਾਸ ਕਰੋ, ਭਰੋਸਾ ਕਰੋ। ਪ੍ਰਭੂ ਯਿਸੂ ਮਸੀਹ ਦੇ ਜੀਵਨ ਦਾਤਾ ਹੈ, ਤੇ ਬਿਨਾਂ ਮੁਕਤੀ ਨਹੀਂ ਮਿਲਦੀ। ਪ੍ਰਭੂ ਤੋਂ ਬਿਨਾਂ ਕਦੇ ਮੁਕਤੀ ਨਹੀਂ ਮਿਲਦੀ। ਕਦੇ ਸਵਰਗ ਲੋਕ ਨਹੀਂ ਜਾ ਸਕਦੇ, ਕਦੇ ਵੀ ਉਧਾਰ ਨਹੀਂ ਹੋ ਸਕਦਾ ਪ੍ਰਭੂ ਤੋਂ ਬਿਨਾਂ। ਪਰਮੇਸ਼ਵਰ ਤੋਂ ਬਿਨਾਂ ਉਧਾਰ ਨਹੀਂ ਹੋ ਸਕਦਾ। ਮੈਂ ਵਾਅਦਾ ਕਰਦਾ ਹਾਂ, ਜੇ ਪਰਮੇਸ਼ਵਰ 'ਤੇ ਵਿਸ਼ਵਾਸ ਕਰੋਗੇ ਤਾਂ ਆਪਦੀ ਹੱਕ ਦੀ ਰੋਟੀ ਖਾਓ। ਜਿੱਥੇ ਤੁਸੀਂ 5 ਖਾਂਦੇ ਹੋ, ਤੁਸੀਂ ਪਰਮੇਸ਼ਵਰ ਦੇ ਵਿਸ਼ਵਾਸ 'ਤੇ ਖਾਓਗੇ ਤਾਂ ਤੁਸੀਂ 3 ਰੋਟੀਆਂ ਦੇ ਨਾਲ ਹੀ ਰੱਜ ਜਾਇਆ ਕਰੋਗੇ। 3 ਦੇ ਨਾਲ ਤੁਹਾਡਾ ਪੂਰਾ ਸੰਤੁਸ਼ਟੀ ਹੋ ਜੂਗੀ। ਜੇ ਤੁਸੀਂ ਪਾਪ ਨੂੰ ਖਾਓਗੇ ਤਾਂ ਤੁਸੀਂ 10 ਵੀ ਖਾ ਜਾਓਗੇ, ਸੰਤੁਸ਼ਟੀ ਫਿਰ ਵੀ ਨਹੀਂ ਹੋਣੀ। 10 ਵੀ ਖਾਓਗੇ ਫਿਰ ਵੀ ਸੰਤੁਸ਼ਟੀ ਨਹੀਂ ਹੋਣੀ, ਕਿਉਂਕਿ ਫਿਰ ਤੁਸੀਂ ਪਾਪ ਨਾਲ ਮਿੱਟੀ ਇਕੱਠੀ ਕਰ ਰਹੇ ਹੋ। ਤੁਸੀਂ ਪਰਮੇਸ਼ਵਰ ਤੋਂ ਉੱਤੋਂ ਦੀ ਹੋ ਰਹੇ ਹੋ। ਇਹ ਪ੍ਰੇਮ ਤੁਸੀਂ ਮਿੱਟੀ ਦੇ ਨਾਲ, ਸਰੀਰ ਦੇ ਨਾਲ ਕਰ ਰਹੇ ਹੋ। ਪਰਮੇਸ਼ਵਰ ਦੇ ਨਾਲ ਪ੍ਰੇਮ ਨਹੀਂ ਕਰ ਰਹੇ। ਪਰਮੇਸ਼ਵਰ ਦੇ ਨਾਲ ਪ੍ਰੇਮ ਕਰੋ, ਪ੍ਰਭੂ ਦੇ ਨਾਲ ਪ੍ਰੇਮ ਕਰੋ, ਜਿਹਨੇ ਸਾਡੇ ਲਈ ਸਲੀਬ ਦੇ ਉੱਤੇ ਚੜਾਏ ਗਏ। ਸਾਡੇ ਲਈ ਸਲੀਬ 'ਤੇ ਚੜੇ, ਸਾਡੇ ਲਈ ਉਹਨਾਂ ਨੇ ਆਪਾਂ ਨੂੰ ਖੂਨ ਦੇ ਕੇ ਇੱਕ ਇੱਕ ਬੂੰਦ ਬੂੰਦ ਖੂਨ ਦੀ ਧਰਤੀ 'ਤੇ ਬਹਾ ਕੇ ਬਚਾਇਆ। ਅੱਜ ਉਸ ਲਈ ਜਿੰਦਾ ਹਾਂ। ਅੱਜ ਉਸ ਦੀ ਜੈ ਜੈਕਾਰ ਵਿੱਚ ਆ। ਬੱਚਿਓ, ਮੈਂ ਤੁਹਾਨੂੰ ਸਾਰੀ ਸੰਗਤ ਨੂੰ ਦੱਸਿਆ ਵੀ ਸੀ ਵੀ ਆਪਾਂ ਅੱਜ ਜਿਹੜੀਆਂ ਬੱਚੀਆਂ ਅੱਜ ਵੀ ਛੋਟੀਆਂ 'ਚ ਵੱਡੀਆਂ ਹੈ, ਉਹ ਪਰਮੇਸ਼ਵਰ ਦੇ ਉਸ ਜਿਹਦੀ ਸੰਯੋਗ ਮਿਲਦਾ ਹੈ, ਉਹ ਉਸ ਇਨਸਾਨ ਦੀ ਪਸਲੀ ਹੈ ਅੱਜ ਵੀ। ਇਹ ਨਾ ਸੋਚੋ ਵੀ ਅੱਜ ਜਿਹੜੀ ਇਨਸਾਨ ਹੈ ਉਹ ਮਾਂ ਬਾਪ ਤੋਂ ਬੱਚੀਆਂ ਬਣ ਗਈਆਂ, ਮਾਂ ਬਾਪ ਦੇ ਉੱਤੋਂ ਪੈਦਾ ਹੋ ਗਈਆਂ ਤਾਂ ਉਹ ਪਰਮੇਸ਼ਵਰ ਦੀਆਂ ਭੇਜੀਆਂ ਹੋਈਆਂ ਤੇ ਉਸ ਇਨਸਾਨ ਦੀ ਪਸਲੀ ਨਹੀਂ। ਅੱਜ ਵੀ ਉਹੀ ਪਸਲੀ ਹੈ, ਅੱਜ ਵੀ ਉਹੀ ਕੁਛ ਹੈ ਜੋ ਪਰਮੇਸ਼ਵਰ ਨੇ ਬਣਾਇਆ ਸੀ ਪਹਿਲਾਂ, ਅੱਜ ਵੀ ਉਹੀ ਹੈ। ਇਸੇ ਲਈ ਮੈਂ ਤੁਹਾਨੂੰ ਸਮਝਾਇਆ, ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ, ਉਹਦੀ ਪ੍ਰਾਰਥਨਾ ਕਰੋ। ਉਹ ਸੱਚਾ ਪਰਮੇਸ਼ਰ ਹੈ ਯਹੋਵਾ, ਜਿਹਨੇ ਧਰਤੀ ਤੇ ਆਕਾਸ਼ ਨੂੰ ਸਿਰਜਿਆ। ਉਹਨੇ ਵਚਨ ਦੇ ਵਿੱਚੋਂ ਆਪਣੀ ਆਵਾਜ਼ ਜਿਹੜੀ ਧਰਤੀ ਦੇ ਉੱਤੇ ਆਈ ਸੀ, ਉਹ ਆਵਾਜ਼ ਨੂੰ ਧਰਤੀ ਦੇ ਉੱਤੇ ਉਹ ਮਰੀਅਮ ਦੀ ਕੋਖ ਦੇ ਵਿੱਚ ਭੇਜਿਆ। ਉਹ ਪੈਦਾ ਹੋਇਆ, ਧਰਤੀ ਦੇ ਉੱਤੇ ਆਇਆ,
वो वचन आया, वचन पैदा होया, वचन देहधारी होया, वचन देहधारी होके वो इंसान धरती के उत्पर इंसान का जामा पा के आया, इंसान का रूप धार के आया। तो बच्चों वो परमेश्वर सी, वो परमेश्वर का पुत्र शब्द सी, जिहड़ा परमेश्वर ने इस धरती को बनाया सी ते आकाश को बनाया सी। तो विश्वास करो, जानो, इसनूं पछाणो, पछाण करो भी धरती तो औरत को बनाने वाला कौन है, इंसान को पैदा करने वाला कौन सी, ਉਹਦਾ की नाम है, ਉਹਦਾ नाम सेना का यहोवा है, जिन्हें धरती बनाई, जिन्हें आकाश बनाया, जिन्हें साडे लिए बहुत कुछ किया, जिहदे लिए अज असीं जिंदा हाँ। इंसान ने धरती तो जाना है तो परमेश्वर के उत्ते विश्वास करो। मौत देखो सब के उत्ते आनी है, जाना है। असी परमेश्वर के होके जाइए, प्रभु के होके जाइए तो असी बुराई तो बच के जाइए, तो असी उस बुरे कामों तो बच के जाइए, असी परमेश्वर की सोटी तो बचीए, असी काल के गुलाम ना हो जाइए। जिहड़ा बच्चा जेल दे विच कोई दोषी ठहराया जाता है तो उन्होंने बेड़ी पाई जाती है, तो उसनूं जेल दे विच बंद किया जाता है, तो नज़र बंद कर देंगे, तो देखो वो किड्डी हालात बुरी हो जाती है। तो काल का भी की काम है, काल भी उसनूं देखो बेड़ियां पा लेंदा, काल भी बेड़ियां पा के अपने कब्जे विच कर लेंदा। वो फिर काल के काम कराउंदा, बुरा काम तो बुरा कराउणा, तो उसने तो अपना ही देखो, जिवें हुण तुसीं मक्खियां वेखदे हो, आप कहते हैं वड्डियां मक्खियां होंदियां गंदगी ते बैठदियां, उन्होंने कोई नहीं हुंदा, वो इंसान ते बैठदी तो आपां नूं बड़ा दूर करदे हां, जां उहनूं कहने मार दिओ, उसनूं कोई दवाई पा दिओ, ये अपने उत्ते ना बैठे, गंदी मक्खी है। तो देखो जिहड़ी आपां गंदी, इंसान गंदा बन जाता गंदी मक्खी तरह, उस गंदी मिट्टी तरह, जिस मिट्टी बदबू के उत्ते बैठदी है मक्खी गंदी, जां कोई कुत्ता मरिया है, जां किते रस्ते विच कोई चीज़ सड़क ते मरी हुई तुसीं वेखदे हो, उहदे विच किन्नी बदबू मारदी है। इंसान भी उही बदबू है, उही मिट्टी है, जिहड़ी परमेश्वर के हुक्मां तो दूर है। तो परमेश्वर के क्रोध में आके वो मिट्टी अज बदबू मारती है, वो मक्खी उहदे उत्ते बैठदी है, उहनूं कोई बदबू नहीं आउंदी, वो फिर भी उसके उत्ते बैठदी है। तो बच्चों तुसीं वो बदबू दे विच क्यों बैठे हो, क्यों बदबू बन गए हो, क्यों नशिਆਂ ਦੇ ਵਿੱਚ भर गए हो। वो नशे बदबू तुहाडे अंदर जाती है, वो तुहाडा विनाश करती है, तुहानूं परमेश्वर तो दूर करती है, प्रभु तो दूर करती है, अपनी सोच नूं तुहानूं गंदा बनाउंदी है। तुसीं गंदे नहीं, तुहाडी आत्मा गंदी नहीं, कि तुहाडे अंदर शैतान गंदा है। वो शैतान नूं दूर करिए, ਉਹਦੇ बेड़ियां पवाइए, परमेश्वर तो तुड़वाइए, उसकी बेड़ियां पाइया हुई प्रभु को याद करके, तो प्रभु के हवाले होइए, खुले होइए, जिस तरह आज़ाद होइए, परमेश्वर की हजूरी च आज़ाद होइए, ਉਹਦੀ जय जयकार करिए, ਉਹਦਾ धन्यवाद करिए, ਉਹਦਾ शुक्र करिए, धरती से आए हाँ, ਉਹਦੀ वडियाई करिए, धरती से आए हुए हैं। वो सच्चा तो महान राजा है। ये मैं इस वचन के मैं थोड़ी प्रार्थना अगे रखूँगा, जोड़ा वचन सुनिया वो प्रार्थना के परमेश्वर का धन्यवाद तो शुक्र करे, ਉਹਦੀ वडियाई करे। ये मेरे राजों के राजा, मैं ये प्रार्थना जिन्होंने बच्चों के लिए वचन छड्या, जो वचन तेरा अगे रखिया, तू सच्चा तो महान राजा, साहां का मालिक है, एक एक साह तेरा है, असी तेरे हाँ, तेरे हुक्मां की पालना करते हाँ, तेरी जय जयकार करते हाँ। परमेश्वर तेरी मर्जी पूरी होवे, तेरी इच्छा पूरी होवे, जो स्वर्ग लोक दे विच है, जिहड़ा भी इस वचन नूं सुने, परमेश्वर वो नाल दी नाल चंगा होवे, ਉਹਦੀਆਂ ਅੱਖਾਂ खुल जान, ਉਹਦੇ रोंगटे खड़े हो जान भी धरती के उत्ते इंसान नूं किहने बनाया, औरत नूं किहने बनाया है। परमेश्वर दया कर, रहमत कर, तू धरती ते आकाश नूं बनाउण वाला है, तू इंसान नूं पैदा करन वाला है, तू परमेश्वर जीवन बनाउण वाला है, प्रभु यीशु नूं मुक्ति दाते नूं धरती ते भेजण वाला है। परमेश्वर दया कर, रहमत कर, तेरी बादशाही आवे, तेरा राज आवे, तेरी इच्छा पूरी होवे। परमेश्वर जिहड़ा भी इस प्रार्थना सुने, उन्होंने ज्ञान ध्यान आवे, उहदी समझ आवे, उहदे पाप गुनाह दूर हो जाण, बीमारियां दूर हो जाण, संकट दूर हो जाण, परमेश्वर उहदी जिंदगी बदल जाए, सफल होवे ते पाप तो बचाया जाए। किरपा हो जाए प्रभु यीशु के वसीले दे विच, ये मैं प्रार्थना करदा हाँ, स्वीकार करना मेरे खुदा। परमेश्वर दया करना यीशु के वसीले दे विच परमेश्वर। आमीन, हालेलुया, धन्यवाद, आमीन, हालेलुया, धन्यवाद खुदा दे नाम च, आमीन, हालेलुया।